अज चैप्टर किहड़ा करना, इलैक्ट्रोस्टैटिक फोर्स। ठीक है, आप कूलम ला चैप्टर का नाम तो हैगा कूलम ला। ठीक है, कूलम ला की गल बाद च करांगे, पहलां असीं इलैक्ट्रोस्टैटिक फोर्स की गल करते हैं। ठीक है, बस तुसीं इधर ध्यान मारो, किताबां कतूबां की कोई लोड़ नहीं। स्टैटिक का मीनिंग की हुंदा? स्टैटिक का मीनिंग रैस्ट ते है ना, खड़ी हुई कोई चीज़। ठीक है, तो इलैक्ट्रो मीनस इलैक्ट्रो वर्ड इलैक्ट्रीसिटी तो लिया गया। ठीक है, इलैक्ट्रीसिटी तो लिया गया, तो इत्थे की आ इलैक्ट्रिक चार्ज बारे पहला स्टडी करनी पऊगी। इलैक्ट्रीसिटी की गल तो आप बाद च करते हैं। ठीक है, इलैक्ट्रिक चार्ज। ठीक है, बाद दे विच उन्हां दे फोर्सां की गल करते हैं। पहलां तो ऐं दसो जी, इलैक्ट्रिक चार्ज की हुंदा, किवें पैदा हुंदा, आपां तां डिटेल च आपां पहलां इहदी स्टडी करते हैं। देखो वो तो आप गल करते हैं मैटर का छोटे तो छोटा पार्ट की हुंदा। कोई मैटर आ, मान लो मेरी कंध होगी, बोर्ड हो गया, ठीक है, कुर्सी होगी, कुछ भी हो गया। ठीक है, इसदा छोटे तो छोटा पार्ट की हुंदा? मैटर का छोटे तो छोटा पार्ट एटम। ठीक है, एटम। तो आपां देखते हैं एटम किहो जिहा हुंदा। एटम जी इलैक्ट्रिकली न्यूट्रल हुंदा, न्यूट्रल ही हुंदा ना। ठीक है, न्यूट्रल हुंदा। ठीक है, फिर जदों दो चीज़ों नूं आपां रब करते हैं, ठीक है, तो उहदे उत्ते चार्ज पैदा हो जाते हैं। चार्ज किहड़े? पॉजिटिव ते नैगेटिव। ये चार्ज आउंदे कित्थों आ? ये चार्ज किवें आउंदे आ? जे पुੱਤ ਆਪਾਂ ਐਟਮ ਦਾ ਸਟਰਕਚਰ ਦੇਖਦੇ ਹਾਂ, ਵਿਚਾਲੇ ਕੀ ਹੁੰਦੇ ਆ? ਸਾਰੇ ਪੋਜ਼ਿਟਿਵ ਚਾਰਜ, ਤੇ ਆਸੇ ਪਾਸੇ ਆਏ ਇਲੈਕਟ੍ਰੋਨ ਘੁੰਮੀ ਜਾਂਦੇ ਹੁੰਦੇ ਆ। ਇਹੀ ਹੁੰਦਾ ਨਾ। ਠੀਕ ਆ, ਤੇ ਹੁਣ ਕੋਈ ਵੀ ਮੈਟਰ ਚੱਕ ਲਓ ਪੁੱਤ, ਇੱਕ ਐਟਮ ਤਾਂ ਹੁੰਦਾ ਨਹੀਂ, ਉੱਥੇ ਲੱਖਾਂ ਹਜ਼ਾਰਾਂ ਐਟਮ ਹੋਣਗੇ। ਕਲੀਅਰ? ਠੀਕ ਆ, ਜਦੋਂ ਬੱਚੇ ਆਪਾਂ ਇਸ ਤਰ੍ਹਾਂ ਦੋ ਚੀਜ਼ਾਂ ਨੂੰ ਰੱਬ ਕਰਦੇ ਹੁੰਦੇ ਆ। ਠੀਕ ਆ, ਮੰਨ ਲਓ ਮੈਂ ਆਪਦੇ ਹੱਥ ਰੱਬ ਕਰੀ ਜਾਂਦਾ, ਗਰਮ ਹੋ ਜਾਂਦੇ ਹੱਥ ਨਾ, ਠੰਡ ਦੇ ਵਿੱਚ ਤਾਂ ਜ਼ਿਆਦਾ ਕਰਦੇ ਆ। ਜਾਂ ਕੀ ਆ, ਤੁਸੀਂ ਛੋਟੇ ਹੁੰਦਿਆਂ ਨੇ ਇੱਕ ਆਹ ਕੰਮ ਬੜਾ ਕੀਤਾ ਹੋਊਗਾ ਵੀ ਵਾਲਾਂ ਦੇ ਨਾਲ ਪੈਨ ਰਗੜਿਆ, ਕਾਗਜ਼ ਚੱਕੀ ਦੀ। ਠੀਕ ਆ, ਚੱਕਿਆ। ਠੀਕ ਆ, ਆਪਣੇ ਪਿੰਡਾਂ ਵਾਲਿਆਂ ਦੇ ਵਿੱਚ ਤਾਂ ਇਹ ਆਮ ਹੀ ਗੱਲ ਹੈ ਨਾ। ਠੀਕ ਆ, ਇਹ ਐਂ ਕਿਵੇਂ ਜੀ ਹੋ ਜਾਂਦਾ? ਕਿਵੇਂ? ਵਾਲਾਂ ਨੂੰ ਤੇਲ ਲੱਗਿਆ ਹੁੰਦਾ? ਸੁੱਕੇ ਵਾਲ ਹੋਣ ਤਾਂ ਵੀ ਹੋ ਜਾਂਦਾ ਹੈ ਨਾ, ਸੁੱਕੇ ਵਾਲ ਹੋਣ ਤਾਂ ਜ਼ਿਆਦਾ ਹੁੰਦਾ ਉਹਦੇ। ਠੀਕ ਆ, ਉਹ ਹੁੰਦਾ ਕਿਉਂ ਆ ਪੁੱਤ? ਉਹਦਾ ਨਾ ਰੀਜ਼ਨ ਹੁੰਦਾ ਇੱਕ। ਉਹਦਾ ਰੀਜ਼ਨ ਇਹ ਹੁੰਦਾ ਵੀ ਜਦੋਂ ਅਸੀਂ ਵਾਲਾਂ ਨਾਲ ਇਸ ਤਰ੍ਹਾਂ ਰਗੜਦੇ ਹਾਂ, ਸਾਡੇ ਪੈਨ ਦੇ ਉੱਪਰ ਚਾਰਜ ਪੈਦਾ ਹੋ ਜਾਂਦਾ। ਮੰਨ ਲਓ ਪੋਜ਼ਿਟਿਵ ਚਾਰਜ ਹੀ ਪੈਦਾ ਹੋ ਗਿਆ। ਇਹ ਚਾਰਜ ਪੈਦਾ ਕਿਵੇਂ ਹੋਇਆ? ਇਹਦੇ ਉੱਤੇ ਕੀ ਕਾਰਨ ਹੁੰਦਾ? ਦੇਖੋ ਪੁੱਤ, ਜਦੋਂ ਦੋ ਚੀਜ਼ਾਂ ਨੂੰ ਰੱਬ ਕਰਦੇ ਆ ਕੀ ਲੱਗਦਾ ਹੁੰਦਾ? ਫ੍ਰਿਕਸ਼ਨ, ਹੈ ਨਾ। ਸਮਝ ਆ ਗਈ? ਫ੍ਰਿਕਸ਼ਨ ਲੱਗਦੀ ਹੁੰਦੀ ਆ। ਠੀਕ ਆ, ਤੇ ਫ੍ਰਿਕਸ਼ਨ ਇੱਕ ਫੋਰਸ ਹੁੰਦੀ ਆ। ਮਤਲਬ ਆਪਾਂ ਜਦੋਂ ਦੋ ਚੀਜ਼ਾਂ ਨੂੰ ਰੱਬ ਕਰਦੇ ਆ, ਫੋਰਸ ਲਾਉਣੇ ਆ। ਠੀਕ ਆ, ਤਾਂ ਫੋਰਸ ਨੇ ਕੋਈ ਨਾ ਕੋਈ ਇੰਪੈਕਟ ਤਾਂ ਪਾਉਣਾ ਹੀ ਆ। ਠੀਕ ਆ, ਉਹ ਫੋਰਸ ਕੀ ਕਰਦਾ? ਥੋੜ੍ਹੇ ਜਿਹੇ ਚਾਰਜਾਂ ਦੀ ਅਦਲਾ ਬਦਲੀ ਕਰ ਦਿੰਦਾ। ਠੀਕ ਆ, ਮੰਨ ਲਓ ਇੱਥੇ ਮੇਰਾ ਪੈਨ ਪਿਆ, ਇਹ ਚਲੋ। ਠੀਕ ਆ, ਆਹ ਮੇਰਾ ਪੈਨ ਹੋ ਗਿਆ। ਠੀਕ ਆ, ਆਹ ਮੇਰਾ ਸਿਰ ਹੋ ਗਿਆ, ਵਾਲ। ਠੀਕ ਆ, ਜਦੋਂ ਇਹ ਰਗੜਦੇ ਆ ਪੁੱਤ, ਇਹ ਵੀ ਇਲੈਕਟ੍ਰੀਕਲੀ ਕੇਰਾਂ ਤਾਂ ਨਿਊਟਰਲ ਹੁੰਦੇ ਆ। ਠੀਕ ਆ, ਜਦੋਂ ਇਹਦੇ ਉੱਤੇ ਆਪਾਂ ਇਹ ਰਗੜਦੇ ਆ ਕੋਈ ਚੀਜ਼, ਠੀਕ ਆ, ਤਾਂ ਉਸ ਫੋਰਸ ਕਰਕੇ ਥੋੜ੍ਹਾ ਜਿਹਾ ਚਾਰਜ, ਮੰਨ ਲਓ ਥੋੜ੍ਹਾ ਜਿਹਾ ਚਾਰਜ ਪੈਨ ਤੋਂ ਲੈ ਕੇ ਮੇਰੇ ਵਾਲਾਂ 'ਤੇ ਆ ਜਾਂਦਾ। ਠੀਕ ਆ, ਹੁਣ ਇਹ ਗੱਲ ਦਿਮਾਗ 'ਚ ਰੱਖਿਓ ਜੋ ਕਦੇ ਵੀ ਪੁੱਤ ਪੋਜ਼ਿਟਿਵ ਚਾਰਜ ਬਾਹਰੋਂ ਨਹੀਂ ਨਿਕਲ ਕੇ ਆਉਂਦਾ। ਇਲੈਕਟ੍ਰੋਨ ਆਸੇ ਪਾਸੇ ਘੁੰਮਦੇ ਹੁੰਦੇ ਆ ਨਾ। ਠੀਕ ਆ, ਨੈਗੇਟਿਵ ਚਾਰਜ ਹੀ ਕਿਸੇ ਤੋਂ ਉਤਰਦਾ। ਠੀਕ ਆ, ਸਮਝ ਆ ਗਈ ਇਸ ਗੱਲ ਦੀ? ਇੱਕ ਮਿੰਟ, ਡਸਟਰ ਕਿੱਧਰ ਗਿਆ ਆਪਣਾ? ਆ ਰਿਹਾ। ਠੀਕ ਆ, ਇਹਦੇ ਉੱਤੋਂ ਕੀ ਆ? ਮੇਰੇ ਪੈਨ ਦੇ ਉੱਤੋਂ ਨੈਗੇਟਿਵ ਚਾਰਜ ਉਤਰ ਗਿਆ, ਮਤਲਬ ਨੈਗੇਟਿਵ ਚਾਰਜ ਦੀ ਕਮੀ ਪੈ ਗਈ। ਠੀਕ ਆ, ਮੰਨ ਲਓ ਪਹਿਲਾਂ ਉਹਦੇ ਉੱਤੇ 10 ਪ੍ਰੋਟੋਨ ਸੀਗੇ ਇੱਕ ਵਕਤ ਲਈ, ਅਤੇ 10 ਹੀ ਇਲੈਕਟ੍ਰੋਨ ਸੀ।
ਇਹਦੇ ਉੱਤੋਂ ਨੈਗੇਟਿਵ ਚਾਰਜ 2 ਕੁ ਇਲੈਕਟ੍ਰੋਨ ਨਿਕਲ ਕੇ ਮੇਰੇ ਵਾਲਾਂ ਤੇ ਜਾ ਵੜੇ। ਠੀਕ ਆ, 2 ਕੁ ਇਲੈਕਟ੍ਰੋਨ ਇੱਧਰ ਆ ਗਏ, ਮਤਲਬ ਇਹਦੇ ਕੋਲੇ ਕਿੰਨੇ ਇਲੈਕਟ੍ਰੋਨ ਰਹਿ ਗਏ? 8। ਕਿਹੜਾ ਪੋਜ਼ਿਟਿਵ ਚਾਰਜ ਵੱਧ ਗਿਆ ਇਹਦੇ ਉੱਤੇ, ਤਾਂ ਮੇਰੀ ਬਾਡੀ ਦੇ ਉੱਤੇ ਕੀ ਆ ਜਾਊਗਾ ਪੁੱਤ? ਪੋਜ਼ਿਟਿਵ ਚਾਰਜ। ਠੀਕ ਆ, ਤੇ ਮੇਰੇ ਵਾਲਾਂ ਦੇ ਉੱਤੇ ਇਲੈਕਟ੍ਰੋਨਾਂ ਦੀ ਗਿਣਤੀ ਵੱਧ ਗਈ, ਮੇਰੇ ਵਾਲਾਂ ਦੇ ਉੱਤੇ ਕੀ ਆ ਜਾਊਗਾ? ਨੈਗੇਟਿਵ ਚਾਰਜ। ਪਤਾ ਲੱਗਿਆ ਪੁੱਤ? ਜਦੋਂ ਫ੍ਰਿਕਸ਼ਨ ਹੁੰਦੀ ਆ ਜਾਂ ਆਪਾਂ ਰਬਿੰਗ ਕਰਦੇ ਹਾਂ, ਠੀਕ ਆ, ਇਸੇ ਤਰ੍ਹਾਂ ਹੀ ਹੁੰਦਾ ਪੁੱਤ, ਉਹਨਾਂ ਦੇ ਵਿੱਚ ਚਾਰਜਾਂ ਦਾ, ਇਲੈਕਟ੍ਰੋਨਾਂ ਦਾ ਥੋੜ੍ਹਾ ਜਿਹਾ ਐਕਸਚੇਂਜ ਹੋ ਜਾਂਦਾ। ਠੀਕ ਆ, ਤਾਂ ਕਰਕੇ ਇੱਕ ਬਾਡੀ ਦੇ ਉੱਤੇ ਪੋਜ਼ਿਟਿਵ ਚਾਰਜ ਆ ਜਾਂਦਾ, ਦੂਜੀ ਬਾਡੀ ਦੇ ਉੱਤੇ ਨੈਗੇਟਿਵ ਚਾਰਜ ਆ ਜਾਂਦਾ। ਠੀਕ ਆ, ਚਾਰਜ ਪੈਦਾ ਹੋ ਗਏ। ਠੀਕ ਆ, ਫਿਰ ਆਪਾਂ ਉਹ ਚਾਰਜਾਂ ਦੇ ਵਿੱਚ ਫੋਰਸ ਕਿਵੇਂ ਲੱਗਦੀ ਆ ਫਿਰ ਗਾਂ ਕਰਾਂਗੇ। ਠੀਕ ਆ, ਸਮਝ ਆ ਗਈ? ਤੇ ਚਾਰਜ ਕਿੰਨੇ ਤਰ੍ਹਾਂ ਦੇ ਹੁੰਦੇ ਆ ਆਪਣੇ? 2 ਤਰ੍ਹਾਂ ਦੇ, ਇੱਕ ਤਾਂ ਪੋਜ਼ਿਟਿਵ ਚਾਰਜ ਹੁੰਦਾ, ਇੱਕ ਨੈਗੇਟਿਵ ਚਾਰਜ ਹੁੰਦਾ। ਠੀਕ ਆ, ਇੱਕ ਮੈਨੂੰ ਹੋਰ ਗੱਲ ਦੱਸੋ ਥੋੜ੍ਹੀ ਜੀ, ਇਹਦੇ ਉੱਤੋਂ ਇਲੈਕਟ੍ਰੋਨ ਲਏ ਆ, ਕੁਛ ਨਾ ਕੁਛ ਕਮੀ ਹੋਈ ਆ, ਕਮੀ ਪਈ ਆ, ਤਾਂ ਇਹਦਾ ਮਾਸ ਵਧੂਗਾ ਕਿ ਘਟੂਗਾ ਬਾਡੀ ਦਾ? ਹਾਂ, ਮਾਸ ਚੇਂਜ ਨਹੀਂ ਹੁੰਦਾ। ਮਾਸ ਕੀ ਹੁੰਦਾ? ਕਿਸੇ ਚੀਜ਼ ਦੇ ਵਿੱਚ ਮੈਟਰ ਦੀ ਅਮਾਊਂਟ ਕਿੰਨੀ ਗਾ, ਹੈ ਨਾ? ਇਹੀ ਹੁੰਦਾ ਨਾ ਮਾਸ, ਤਾਂ ਇਹੀ ਹੁੰਦਾ ਨਾ ਵੀ ਉਹਦੇ ਵਿੱਚ ਮਾਦਾ ਕਿੰਨਾ ਕਾ, ਮੈਟਰ ਕਿੰਨਾ ਕਾ। ਮੈਟਰ ਦੀ ਅਮਾਊਂਟ ਨੂੰ ਹੀ ਅਸੀਂ ਮਾਸ ਕਹਿੰਦੇ। ਤੇ ਥੋੜ੍ਹਾ ਜਿਹਾ ਮੈਟਰ ਇਹ ਤੋਂ ਲੈ ਕੇ ਇਹਦੇ 'ਤੇ ਵੀ ਗਿਆ ਪੁੱਤ, ਇੱਥੇ ਮੈਟਰ ਦੀ ਥੋੜ੍ਹੀ ਜਿਹੀ ਕਮੀ ਪੈ ਗਈ, ਇਹਦਾ ਮਾਸ ਥੋੜ੍ਹਾ ਜਿਹਾ ਘਟ ਜਾਊਗਾ। ਨੋ ਡਾਊਟ ਓਵਰਆਲ ਮਾਸ ਕਦੇ ਚੇਂਜ ਨਹੀਂ ਹੁੰਦਾ ਸਿਸਟਮ ਦਾ। ਠੀਕ ਆ, ਜਿੰਨਾ ਮਾਸ ਇਹਦਾ ਘਟਿਆ ਹੋਊਗਾ ਪੁੱਤ ਓਨਾ ਸਾਡੇ ਵਾਲਾਂ ਦਾ ਵੱਧ ਜਾਊਗਾ। ਠੀਕ ਆ, ਜ਼ਰੂਰ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਵਾਲ ਪਹਿਲਾਂ 1 ਕਿਲੋ ਦੇ ਸੀ 2 ਕਿਲੋ ਦੇ ਹੋ ਜਾਣਗੇ। ਠੀਕ ਆ, 2 ਕਿਲੋ ਦੇ ਤਾਂ ਨਹੀਂ ਹੋ ਸਕਦੇ, ਪਾਇਆ ਤਾਂ ਅਸੀਂ ਚਾਰਜ, ਤੇ ਚਾਰਜ ਦਾ 1 ਇਲੈਕਟ੍ਰੋਨ ਦਾ ਤਾਂ ਮਾਸ ਹੀ ਬੜਾ ਥੋੜ੍ਹਾ ਹੁੰਦਾ। ਉਹ ਕਿੰਨਾ ਹੁੰਦਾ? 9.1 10 raised ਦੀ ਪਾਵਰ -31 ਕਿਲੋਗ੍ਰਾਮ, ਇੰਨਾ ਕੁ ਮਾਸ। ਠੀਕ ਆ, ਸਮਝ ਲੱਗ ਗਈ? ਜੇ 2 ਗਏ ਆ, ਮੈਮ ਕਿਹਾ ਸੀ 2 ਇਲੈਕਟ੍ਰੋਨ ਗਏ ਆ, ਤਾਂ ਇਹਨੂੰ 2 ਨਾਲ ਮਲਟੀਪਲਾਈ, ਆ ਜਿਹੜਾ ਮਾਸ ਆ ਇਹ ਮੇਰੇ ਵਾਲਾਂ 'ਤੇ ਵੱਧ ਗਿਆ ਤੇ ਪੈਨ ਦੇ ਉੱਤੇ ਘਟ ਗਿਆ, ਹੈ ਨਾ? ਇਹਦਾ ਮਤਲਬ ਕੀ ਗੱਲ ਸਾਹਮਣੇ ਆਈ ਆਪਣੀ? ਕੀ ਗੱਲ ਸਾਹਮਣੇ ਆਈ? ਵੀ ਪੋਜ਼ਿਟਿਵ ਚਾਰਜ ਆ, ਜਿਹੜੀ ਬਾਡੀ ਦੇ ਉੱਤੇ ਪੋਜ਼ਿਟਿਵ ਚਾਰਜ ਹੁੰਦਾ ਉਹਦਾ ਮਾਸ ਥੋੜ੍ਹਾ ਜਿਹਾ ਘਟ ਜਾਂਦਾ, ਜਿਹੜੀ ਬਾਡੀ ਦੇ ਉੱਤੇ ਨੈਗੇਟਿਵ ਚਾਰਜ ਹੁੰਦਾ ਉਹਦਾ ਮਾਸ ਥੋੜ੍ਹਾ ਜਿਹਾ ਵੱਧ ਜਾਂਦਾ। ਠੀਕ ਆ, ਇੱਥੋਂ ਤੱਕ ਗੱਲ ਕਲੀਅਰ ਹੋਈ? ਠੀਕ ਆ, ਸਮਝ ਆਈ? ਇਹ ਚਾਰਜ ਕਿਵੇਂ ਪੈਦਾ ਹੁੰਦੇ ਆ? ਕਲੀਅਰ ਆ? ਓਕੇ ਪੁੱਤ। ਇੱਕ ਤੋਂ ਬਾਅਦ ਨਾ ਤੁਹਾਡੀ ਬੁੱਕ ਦੇ ਉੱਤੇ ਇੱਕ ਟੇਬਲ ਬਣਿਆ ਹੋਇਆ ਵੀ ਜਦੋਂ ਚੀਜ਼ਾਂ ਨੂੰ ਦੋਵਾਂ ਨੂੰ ਰੱਬ ਕਰਦੇ ਆ ਤਾਂ ਕਿਹਦੇ ਉੱਤੇ ਪੋਜ਼ਿਟਿਵ ਚਾਰਜ ਆਉਂਦਾ ਤੇ ਕਿਹਦੇ ਉੱਤੇ ਨੈਗੇਟਿਵ ਚਾਰਜ ਆਉਂਦਾ। ਠੀਕ ਆ, ਉਹ ਇੰਪੋਰਟੈਂਟ ਆ। ਉਹ ਕਿਹੜਾ ਦਿਖਾਇਓ? ਜਿਵੇਂ ਹੁਣ ਉਹਨਾਂ ਨੇ ਕਹਿਤਾ ਵੀ ਜਦੋਂ ਗਲਾਸ ਰੋਡ ਤੇ ਸਿਲਕ ਕਲੋਥ ਨੂੰ ਰੱਬ ਕੀਤਾ ਜਾਂਦਾ, ਠੀਕ ਆ, ਸਿਲਕ ਦਾ ਕੱਪੜਾ ਲੈ ਲਓ, ਉਹ 'ਤੇ ਕੱਚ ਦੀ ਕੋਈ ਚੀਜ਼ ਰਗੜੋ ਤਾਂ ਕੀ ਹੋਊਗਾ? ਫਿਰ ਕੀ ਹੋਊਗਾ? ਠੀਕ ਆ, ਤਾਂ ਗਲਾਸ ਦੇ ਉੱਤੇ ਕੀ ਆ? ਗਲਾਸ ਰੋਡ ਦੇ ਉੱਤੇ ਪੋਜ਼ਿਟਿਵ ਚਾਰਜ ਆ ਜਾਂਦਾ ਤੇ ਮੇਰੀ ਸਿਲਕ ਦੇ ਉੱਤੇ ਕੀ ਆ ਜਾਂਦਾ? ਸਿਲਕ ਕਲੌਥ ਦੇ ਉੱਤੇ ਨੈਗੇਟਿਵ ਚਾਰਜ ਆ ਜਾਂਦਾ। ਠੀਕ ਆ, ਇਹ ਮਾੜੇ ਮੋਟੇ ਕੁਐਸਚਨ ਆਪਾਂ ਨੂੰ ਸਿੱਧੇ MCQ ਆ ਜਾਂਦੇ ਆ। ਠੀਕ ਆ, ਫਿਰ ਜੇ ਅਸੀਂ ਫਰ ਇੱਕ ਜਿਹੜਾ ਫਰ ਨਹੀਂ ਹੁੰਦੀ, ਫਰ ਦਾ ਕੱਪੜਾ, ਉਹ ਮੋਟਾ ਜਿਹਾ, ਉਹ ਨਹੀਂ ਜੱਤ ਜੀ ਵਾਲਾ ਹੁੰਦਾ ਹੈ ਨਾ, ਉਹਨੂੰ ਫਰ ਆਉਂਦੇ ਹੁੰਦੇ ਆ। ਠੀਕ ਆ, ਜੱਤ ਜੀ ਵਾਲਾ, ਤਾਂ ਉਹਨੂੰ ਜਦੋਂ ਐਬੋਨੇਟ ਦੀ ਰੋਡ ਨਾਲ ਰਗੜਦੇ ਆ, ਠੀਕ ਆ, ਤਾਂ ਫਰ ਦੇ ਉੱਤੇ ਪੋਜ਼ਿਟਿਵ ਚਾਰਜ ਆਉਂਦਾ। ਠੀਕ ਆ, ਐਬੋਨੇਟ ਰੋਡ ਦੇ ਉੱਤੇ ਨੈਗੇਟਿਵ ਚਾਰਜ ਆਉਂਦਾ। ਠੀਕ ਆ, ਸਮਝ ਆਈ? ਇਸ ਤੋਂ ਬਾਅਦ ਕੀ ਆ? ਵੂਲਨ ਕਲੌਥ ਨੂੰ ਕਿਸੇ ਨਾਲ ਵੀ ਰਗੜ ਕੇ ਪੁੱਤ, ਬਸ ਐਂ ਗੱਲ ਯਾਦ ਰੱਖ ਲਓ, ਬਾਕੀ ਕੋਈ ਵੀ ਚੀਜ਼ ਆ, ਜਦੋਂ ਵੂਲਨ ਕਲੌਥ ਨੂੰ ਕਿਸੇ ਚੀਜ਼ ਨਾਲ ਰਗੜਦੇ ਆ, ਵੂਲਨ ਦੇ ਉੱਤੇ ਤਾਂ ਪੋਜ਼ਿਟਿਵ ਚਾਰਜ ਆਉਂਦਾ ਹੁੰਦਾ। ਠੀਕ ਆ, ਦੂਜੀ ਕੋਈ ਵੀ ਚੀਜ਼ ਆ, ਮੰਨ ਲਓ ਰਬੜ ਨਾਲ ਰਗੜਤਾ ਤਾਂ ਰਬੜ ਦੇ ਉੱਤੇ ਨੈਗੇਟਿਵ ਚਾਰਜ ਆ ਜਾਂਦਾ। ਠੀਕ ਆ, ਸਮਝ ਆ ਗਈ? ਠੀਕ ਆ, ਇਹ
ਇਹ ਪੁੱਤ ਮਟੀਰੀਅਲ ਤੇ ਡਿਪੈਂਡ ਕਰਦਾ ਹੁੰਦਾ ਵੀ ਕਿਹਦੇ ਤੇ ਪੋਜ਼ਿਟਿਵ ਆਊਗਾ ਕਿਹਦੇ ਤੇ ਨੈਗੇਟਿਵ ਆਊਗਾ। ਠੀਕ ਆ, ਮਟੀਰੀਅਲ ਟੂ ਮਟੀਰੀਅਲ ਵੈਰੀ ਕਰਦੀ ਹੈ। ਕਲੀਅਰ ਆ ਪੁੱਤਰ, ਸਮਝ ਆ ਗਈ। ਇਲੈਕਟ੍ਰਿਕ ਚਾਰਜ ਪੈਦਾ ਕਿਵੇਂ ਹੁੰਦੇ ਆ ਇਹ ਗੱਲ ਪਤਾ ਲੱਗ ਗਈ, ਕਿਸੇ ਬਾਡੀ ਦੇ ਉੱਤੇ ਕਿਵੇਂ ਆਉਂਦੇ ਆ ਇਲੈਕਟ੍ਰਿਕ ਚਾਰਜ। ਠੀਕ ਆ, ਬਾਲੀ ਡਿਟੇਲ 'ਚ ਨਹੀਂ ਜਾਣਾ, ਵੈਸੇ ਬਹੁਤ ਡਿਟੇਲ ਆ, ਇਦੋਂ ਵੱਧ ਡਿਟੇਲ ਕੀ ਹੋਊਗੀ। ਠੀਕ ਆ, ਹੁਣ ਪੁੱਤ ਗੱਲ ਕਰਦੇ ਹਾਂ ਅਸੀਂ ਵੀ ਜਿਹੜੇ ਹੁਣ ਸਾਡੇ ਚਾਰਜ ਹੁੰਦੇ ਆ, ਇੱਕ ਇਲੈਕਟ੍ਰੋਨ ਦੇ ਉੱਤੇ ਕਿੰਨਾ ਚਾਰਜ ਹੁੰਦਾ, ਮੈਂ ਹੁਣੇ ਇੱਥੇ ਲਿਖਿਆ ਸੀ ਆ, ਇੱਕ ਇਲੈਕਟ੍ਰੋਨ ਦੇ ਉੱਤੇ ਕਿੰਨਾ ਚਾਰਜ ਹੁੰਦਾ, ਉਹ ਮਾਸ ਲਿਖਿਆ ਸੀ ਪੁੱਤ, ਇੱਕ ਇਲੈਕਟ੍ਰੋਨ ਦੇ ਉੱਤੇ ਚਾਰਜ ਹੁੰਦਾ 1.610 ਰੇਜ਼ ਦੀ ਪਾਵਰ -19 ਕੂਲਮ। ਇੱਕ ਇਲੈਕਟ੍ਰੋਨ ਦੇ ਉੱਤੇ ਵੀ ਇੰਨਾ ਹੁੰਦਾ, ਪ੍ਰੋਟੋਨ ਦੇ ਉੱਤੇ ਵੀ ਇੰਨਾ ਹੀ ਹੁੰਦਾ। ਠੀਕ ਆ, ਸਮਝ ਲੱਗੀ। ਹੁਣ ਪੁੱਤ ਜਦੋਂ ਦੋ ਚੀਜ਼ਾਂ ਨੂੰ ਰੱਬ ਕਰਾਂਗੇ, ਇਲੈਕਟ੍ਰੋਨ ਇੱਕ ਤੋਂ ਲੈ ਕੇ ਦੂਜੇ ਤੇ ਜਾਣਗੇ। ਇਲੈਕਟ੍ਰੋਨ 1 ਜਾ ਸਕਦਾ, ਇਲੈਕਟ੍ਰੋਨ 2 ਜਾ ਸਕਦੇ ਆ, ਇਲੈਕਟ੍ਰੋਨ 3 ਜਾ ਸਕਦੇ ਆ। ਮੈਂ ਕਦੇ ਕਹਿ ਦੂੰਗਾ ਇਲੈਕਟ੍ਰੋਨ 2.5, ਕਈ ਇਲੈਕਟ੍ਰੋਨ ਉੱਧਰ ਜਾ ਵੜੇ, ਅੱਧਾ ਇੱਕ ਇੱਧਰ ਰਹਿ ਗਿਆ, ਅੱਧਾ ਉੱਧਰ ਜਾ ਵੜੇ। ਇਲੈਕਟ੍ਰੋਨ ਇੱਕ ਪਾਰਟੀਕਲ ਆ, ਕਲੀਅਰ, ਸਮਝ ਆ ਗਈ। ਇਲੈਕਟ੍ਰੋਨ ਇੱਕ ਪਾਰਟੀਕਲ ਆ, ਤਾਂ ਆਪਾਂ ਕਦੇ ਵੀ ਇਹ ਗੱਲ ਨਹੀਂ ਕਹਿ ਸਕਦੇ ਕਿ ਵੀ ਇੱਕ ਇਲੈਕਟ੍ਰੋਨ ਅੱਧਾ ਉੱਧਰ ਜਾ ਵੜਿਆ, ਅੱਧਾ ਇੱਧਰ ਆ ਗਿਆ। ਠੀਕ ਆ, ਮਤਲਬ ਜੇ ਮੈਂ ਕਿਸੇ ਬਾਡੀ ਦੇ ਉੱਤੇ ਓਵਰਆਲ ਚਾਰਜ ਦੀ ਗੱਲ ਕਰੂੰਗਾ, ਮੈਂ ਕਹੂੰਗਾ ਜੀ ਜਾਂ ਤਾਂ 1 ਇਲੈਕਟ੍ਰੋਨ ਚਾਰਜ ਹੋਊਗਾ, ਜਾਂ ਉਹਦੇ ਉੱਤੇ 2 ਇਲੈਕਟ੍ਰੋਨ ਚਾਰਜ ਹੋਊਗਾ ਬਈ ਜੇ 2 ਇਲੈਕਟ੍ਰੋਨ ਮੂਵ ਕੀਤੇ, ਜਾਂ ਉਹਦੇ ਉੱਤੇ 3 ਇਲੈਕਟ੍ਰੋਨ ਚਾਰਜ ਹੋਊਗਾ, ਆਹੀ ਗੱਲ ਕਰੂੰਗਾ। ਠੀਕ ਆ, ਸਮਝ ਆ ਗਈ। ਜਾਂ ਕੀ ਆ 4, ਇਸ ਤਰ੍ਹਾਂ ਕਰਦੇ ਕਰਦੇ ਮੰਨ ਲਓ n ਨੰਬਰ ਆਫ ਇਲੈਕਟ੍ਰੋਨ ਮੂਵ ਕਰ ਗਏ n। ਠੀਕ ਆ, ਤਾਂ ਮੇਰੇ ਕੋਲੇ ਓਵਰਆਲ ਚਾਰਜ ਦਾ ਇੱਕ ਫਾਰਮੂਲਾ ਤੁਸੀਂ ਨਾਰਮਲੀ ਪੜ੍ਹਦੇ ਆ, n × e। ਇਹ ਕੀ ਆ, ਇੱਕ ਚਾਰਜ ਦੇ ਉੱਤੇ ਇਲੈਕਟ੍ਰੋਨ, ਇੱਕ ਇਲੈਕਟ੍ਰੋਨ ਦੇ ਉੱਪਰ ਚਾਰਜ, ਤੇ n ਕੀ ਆ, ਨੰਬਰ ਆਫ ਇਲੈਕਟ੍ਰੋਨ। ਠੀਕ ਆ, ਇਹਨੂੰ ਇੱਥੇ ਪਲੱਸ ਮਾਈਨਸ 'ਚ ਲਿਖਿਆ ਜਾਂਦਾ ਪੁੱਤ, ਪਲੱਸ ਮਾਈਨਸ 'ਚ ਕਿਉਂਕਿ ਇਹ ਇਲੈਕਟ੍ਰੋਨ ਵਾਸਤੇ ਇਹਦੀ ਵੈਲਿਊ ਨੈਗੇਟਿਵ ਹੁੰਦੀ ਆ, ਪ੍ਰੋਟੋਨ ਵਾਸਤੇ ਇਹਦੀ ਵੈਲਿਊ ਪੋਜ਼ੀਟਿਵ ਹੁੰਦੀ ਆ। ਆਹ ਗੱਲ ਸਮਝ ਆਈ। ਠੀਕ ਆ, ਮੀਨਸ ਮੇਰਾ ਜਿਹੜਾ ਚਾਰਜ ਆ ਉਹ ਚਾਰਜ ਦੀ ਪੁੱਤ ਡਿਸਕ੍ਰੀਟ ਵੈਲਿਊ ਆਉਂਦੀ ਆ, ਵੱਖਰੀਆਂ ਵੱਖਰੀਆਂ, 1 ਚਾਰਜ 2 ਚਾਰਜ 3 ਚਾਰਜ, ਡਿਸਕ੍ਰੀਟ ਵੈਲਿਊ ਹੀ ਹੋਊਗਾ ਨਾ। ਠੀਕ ਆ, 2 ਤਰ੍ਹਾਂ ਦੀਆਂ ਵੈਲਿਊ ਹੁੰਦੀਆਂ ਪੁੱਤ, ਇੱਕ ਤਾਂ ਇੱਕ ਵਰਡ ਹੁੰਦਾ ਡਿਸਕ੍ਰੀਟ ਵੈਲਿਊ ਆਉਂਦੀ ਹੈ ਇਹਦੀ ਤਾਂ। ਠੀਕ ਆ, ਇੱਕ ਹੁੰਦੀ ਆ ਕੰਟੀਨਿਊਸ ਮਤਲਬ ਕੋਈ ਵੀ ਵੈਲਿਊ ਆ ਸਕਦੀ ਆ। ਹੁਣ ਮੈਂ ਤੁਹਾਨੂੰ ਸਪੈਸ਼ਲ ਕਹਿਤਾ ਵੀ ਜਾਂ ਤਾਂ ਇਲੈਕਟ੍ਰੋਨ ਦੇ ਉੱਤੇ ਜਾਂ ਓਵਰਆਲ ਬਾਡੀ ਦੇ ਉੱਤੇ ਆ ਚਾਰਜ ਹੋ ਸਕਦਾ, ਜਾਂ ਇਹਨੂੰ 2 ਨਾਲ ਮਲਟੀਪਲਾਈ ਕਰ ਸਕਦੇ ਹਾਂ, ਜਾਂ ਇਹਨੂੰ 3 ਨਾਲ ਮਲਟੀਪਲਾਈ ਕਰ ਸਕਦੇ ਹਾਂ, ਇਹੀ ਗੱਲ ਕਰ ਸਕਦੇ ਹਾਂ। ਉਹਦੇ ਵਿਚਾਲੇ ਵਾਲੀ ਵੈਲਿਊ ਤਾਂ ਨਹੀਂ ਨਾ ਐਗਜ਼ਿਸਟ ਕਰਦੀ, ਉਹਦੇ ਵਿਚਾਲੇ ਵਾਲੀ ਵੈਲਿਊ ਐਗਜ਼ਿਸਟ ਨਹੀਂ ਕਰਦੀ। ਤਾਂ ਮੇਰੇ ਕੋਲੇ ਕੀ ਆ, ਇਹ ਕੀ ਹੋ ਗਈ, ਡਿਸਕ੍ਰੀਟ ਵੈਲਿਊ। ਠੀਕ ਆ, ਤੇ ਤੁਸੀਂ ਪੁਰਾਣੇ ਜ਼ਮਾਨੇ ਦੇ ਵਿੱਚ, ਮਤਲਬ ਪੁਰਾਣੀ ਕਲਾਸ ਦੇ ਵਿੱਚ ਇਹ ਗੱਲ ਜ਼ਰੂਰ ਪੜ੍ਹੀ ਹੋਊਗੀ ਕਿ ਜਿਹਦੀ ਵੈਲਿਊ ਡਿਸਕ੍ਰੀਟ ਵੈਲਿਊ ਹੁੰਦੀ ਆ, ਉੱਥੇ ਕਹਿੰਦੇ ਹੁੰਦੇ ਆ ਕੁਆਂਟਾਈਜੇਸ਼ਨ ਹੋ ਗਈ ਉਹਦੀ। ਸੁਣਿਆ ਨਾਮ ਜਿਹਾ ਕੁਆਂਟਾਈਜੇਸ਼ਨ। ਠੀਕ ਆ, ਕੁਆਂਟਾਈਜੇਸ਼ਨ। ਕੁਆਂਟਾਈਜੇਸ਼ਨ ਆਫ ਚਾਰਜ। ਤੇ ਜੇ ਤੁਹਾਨੂੰ ਕਿਸੇ ਨੇ ਪੁੱਛ ਲਿਆ ਵੀ ਕੁਆਂਟਾਈਜੇਸ਼ਨ ਆਫ ਚਾਰਜ ਦੀ ਗੱਲ, ਚਾਰਜ ਕੀ ਹੁੰਦਾ, ਵੀ ਚਾਰਜ ਕੁਆਂਟਾਈਜ਼ਡ ਹੋ ਜਾਂਦਾ ਪੁੱਤ, ਉਹਦੀ ਵੈਲਿਊ ਵੱਖਰੀ ਵੱਖਰੀ ਹੀ ਆਉਂਦੀ ਆ। ਠੀਕ ਆ, ਉਹਦੀ ਵੈਲਿਊ ਕੀ ਆ, n × e ਹੁੰਦੀ ਆ, ਤੇ n ਦੀ ਵੈਲਿਊ ਕੀ ਹੋ ਸਕਦੀ ਆ, n ਦੀ 1 ਹੋ ਸਕਦੀ ਆ, 2 ਹੋ ਸਕਦੀ ਆ, 3 ਹੋ ਸਕਦੀ ਆ, ਇਸ ਤਰ੍ਹਾਂ। ਠੀਕ ਆ, ਇਹਨਾਂ ਦੇ ਵਿਚਾਲੇ ਵੈਲਿਊ ਕੋਈ ਐਗਜ਼ਿਸਟ ਨਹੀਂ ਕਰੂਗੀ, ਵਿਚਾਲੇ ਜਿਵੇਂ 0.5 ਇਹ ਵੈਲਿਊ ਐਗਜ਼ਿਸਟ ਨਹੀਂ ਕਰੂਗੀ। ਠੀਕ ਆ, 1.5 ਇਹੋ ਜਿਹੀ ਵੈਲਿਊ ਐਗਜ਼ਿਸਟ ਨਹੀਂ ਕਰੂਗੀ, ਵੱਖਰੀ ਵੱਖਰੀ। ਸਮਝ ਆਈ ਆ ਗੱਲ ਦੀ, ਕੋਈ ਪ੍ਰੋਬਲਮ? ਓਕੇ ਜੀ, ਅਗਲਾ ਟੌਪਿਕ ਕਿਹੜਾ? ਚਾਰਜ ਪੈਦਾ ਕਿਵੇਂ ਹੁੰਦੇ ਆ, ਇਹ ਤਾਂ ਤੁਹਾਨੂੰ ਦੱਸਤਾ ਸੀਗਾ। ਇਦੋਂ ਬਾਅਦ ਪੁੱਤ ਮੰਨ ਲਓ
एक बॉडी के उत्ते तो मेरे दे उत्ते चार्ज हैगा, एक बॉडी के उत्ते चार्ज है नहीं, मैं दूजी बॉडी नूं चार्ज करना। किसी बॉडी नूं किवें चार्ज कर सकते हैं आप? एक तो आपां नूं पता लग गया भी रब करके चार्ज कर सकते हैं, ठीक है। रब करके की है, एक दे उत्ते पॉजिटिव चार्ज आउंदा, एक दे उत्ते नैगेटिव चार्ज आउंदा। आ गल तो पता लग गई। हुण ये भी हो सकता भी पुत आ बॉडी है जिहड़ी ये जमां न्यूट्रल आ, कोई चार्ज नहीं। आ बॉडी आ, इहदे उत्ते तुहाडे दे उत्ते सारे दे उत्ते ऐ पॉजिटिव चार्ज पिया, ठीक है। मैं कहते हैं आ बॉडी की हेल्प नाल इहनूं चार्ज करके दिखाओ, किवें करोगे? इस चीज़ नूं करन दे पुत दो मैथड हुंदे आ। एक नूं कहने हुन्ने असीं कंडक्शन ते एक नूं कहने हुन्ने असीं इंडक्शन। कंडक्शन की हुंदी आ? किसी बॉडी नूं बच्चे जदों चार्ज करते हैं उन्हां नूं एक दूजे दे कॉन्टैक्ट दे विच ले आउणे आ भी इहनूं इहदे नाल लिया के ला दो, ठीक है। इहदे उत्ते पॉजिटिव चार्ज की अमाउंट ज़्यादा, ठीक है, कुछ को पॉजिटिव चार्ज इधर चला जाऊगा, ठीक है। जदों नाल आ गई, नाल लिया के लाती आ बॉडी, सारे दे उत्ते पॉजिटिव चार्ज आ जाऊगा, है ना। ये की होगी मेरी कंडक्शन, ठीक है। समझ लग गई? सीधा जिहा हिसाब जदों असीं किसी बॉडी नूं चार्ज करते हैं, ठीक है, एक बॉडी नूं दूजी दे डायरैक्ट कॉन्टैक्ट दे विच ले आउणे, डायरैक्ट टच ही करा दिंदे आ, ठीक है। उहनूं की कह दिंदे आ? कंडक्शन। तुहाडे क्लीयरली यह गल लिखी भी होगी, हाँ। आवे लिखिया बच्चे, जदों इफ नैगेटिव चार्ज ब्रॉड टू कॉन्टैक्ट विद आ बॉडी, इन्हां ने नैगेटिव चार्ज वाली बॉडी चक्की है, वो आंदे नैगेटिव चार्ज वाली कोई बॉडी अनचार्ज दे नाल ला के लियावांगे तो दूजी भी इलैक्ट्रीफाई हो जाएगी, ठीक है। समझ लग गई? ये एक लाइन च गल लिखी हुई है, बाला नहीं डिटेल दे विच, क्योंकि बाला डिटेल च आपां इंडक्शन ही करांगे, ठीक है। कंडक्शन वाला पार्ट समझ आ गया, होर कुछ नहीं, बस इहदे विच की है पुत आपां डायरैक्ट कॉन्टैक्ट दे विच लैके आउणे, ठीक है। समझ आ गई? हुण इंडक्शन दे विच की हुंदा? इंडक्शन दे विच असीं डायरैक्ट कॉन्टैक्ट नहीं करते, असीं वो बॉडी नूं नेड़े लैके आउणे आ, ठीक है। किवें? मान लो आही बॉडीज फिर चलो इहदी गल छड्डो, थोड़ा जिहा थोड़ी बुक वाली फोटो ही पा दिंदे आ। आहा आ चीज़ है, इहदे उत्ते कोई चार्ज नहीं, मैं इहदे नेड़े इहो जी चीज़ रखती, इहदे नेड़े एक होर बॉल रखती, नाल कॉन्टैक्ट नहीं करवाई, होर बॉल रखती जिहदे उत्ते सारे दे उत्ते की आ नैगेटिव चार्ज सीगा, ऐं करके सारी बॉडी दे उत्ते की सीगा नैगेटिव चार्ज, ठीक है। बंद